ਪੰਜਾਬ ਦੇ ਲਗਭਗ ਅੱਧੇ ਇਲਾਕੇ ਤੋਂ ਅਜਿਹੀਆਂ ਤਸਵੀਰਾਂ ਆਪਸ ਵਿੱਚ ਮਿਲਦੀਆਂ, ਇਸੇ ਤਰ੍ਹਾਂ ਟੁੱਟਦੇ ਬੰਨਾਂ ਦੀਆਂ ਤਸਵੀਰਾਂ, ਇਸੇ ਤਰ੍ਹਾਂ ਡੁੱਬੇ ਹੋਏ ਖੇਤਾਂ ਦੀਆਂ ਤੇ ਪਾਣੀ ਨਾਲ ਚਾਰੇ ਪਾਸੇ ਤੋਂ ਘਿਰੇ ਹੋਏ ਪਿੰਡਾਂ ਦੀਆਂ ਤਸਵੀਰਾਂ ਪਿਛਲੇ ਕਈ ਦਿਨਾਂ ਤੋਂ ਲੋਕਾਂ ਅੱਗੇ ਸਵਾਲ ਅੱਡੇ ਮੂੰਹ ਅੱਡੇ ਖੜੀਆਂ ਨੇ, ਪਰ ਉਹਨਾਂ ਦਾ ਜਵਾਬ ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਕਿਤੇ ਇਹ ਵੀ ਨਜ਼ਰ ਆਉਂਦਾ ਕਿ ਪਿੱਛੋਂ ਤੁਰੀ ਹੋਈ ਇਹ ਆਫਤ ਜਦੋਂ ਪੰਜਾਬ ਦੇ ਪਿੰਡਾਂ ਤੱਕ, ਇਹਨਾਂ ਖੇਤਾਂ ਤੱਕ ਪਹੁੰਚੀ, ਕਿਸ ਤਰ੍ਹਾਂ ਇਹ ਦਿਨ ਰਾਤ ਪਸਰਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ। ਤੇ ਇਨਸਾਨੀ ਸ਼ਕਤੀ ਹੈ ਜਿਸ ਵਿੱਚ ਪ੍ਰਸ਼ਾਸਨ ਵੀ ਆ ਜਾਂਦਾ, ਜਿਸ ਵਿੱਚ ਸਰਕਾਰਾਂ ਵੀ ਆ ਜਾਂਦੀਆਂ ਨੇ, ਜਿਸ ਵਿੱਚ ਆਮ ਲੋਕ ਵੀ ਆ ਜਾਂਦੇ ਨੇ। ਇਨਸਾਨੀ ਸ਼ਕਤੀ ਹੈ ਕਿਤੇ ਨਾ ਕਿਤੇ ਇਸ ਅੱਗੇ ਗੋਡੇ ਟੇਕ ਚੁੱਕੀ ਨਜ਼ਰ ਆ ਰਹੀ ਹੈ। ਹੱਥ ਖੜੇ ਕਰਨ ਵਾਲੇ ਕੌਣ ਨੇ ਇਸ ਵੇਲੇ, ਕੇਸਲ ਵੱਟਣ ਵਾਲੇ ਕੌਣ ਨੇ ਤੇ ਫੋਟੋਆਂ ਖਿਚਵਾਉਣ ਵਾਲੇ ਕੌਣ ਨੇ, ਫੋਟੋ ਸੈਸ਼ਨ ਵਾਸਤੇ ਵੱਡੇ ਵੱਡੇ ਕੈਮਰਾਮੈਨਸ ਨੂੰ, ਐਡੀਟਰਸ ਨੂੰ ਨਾਲ ਲੈ ਕੇ ਆਉਣ ਵਾਲੇ ਕੌਣ ਨੇ। ਇਸ ਬਾਰੇ ਸਵਾਲ ਚੁੱਕਣਾ, ਇਸ ਬਾਰੇ ਸਵਾਲ ਕਰਨਾ ਅੱਜ ਜ਼ਰੂਰੀ ਹੈ, ਕਿਉਂਕਿ ਸਵਾਲ ਉਸੇ ਤੋਂ ਪੁੱਛੇ ਜਾਂਦੇ ਨੇ ਜਿਸ ਦੀ ਜ਼ਿੰਮੇਵਾਰੀ ਹੁੰਦੀ ਹੈ ਉਸ ਸਵਾਲ ਦਾ ਜਵਾਬ ਦੇਣ ਦੀ, ਪ੍ਰਬੰਧ ਕਰਨ ਦੀ, ਬੰਦੋਬਸਤ ਕਰਨ ਦੀ। ਕਿਉਂਕਿ ਜੋ ਜ਼ਿੰਮੇਵਾਰੀ ਨਹੀਂ ਨਿਭਾਉਂਦਾ ਉਹ ਫਿਰ ਆਉਣ ਵਾਲੀਆਂ ਇਲੈਕਸ਼ਨ ਤੋਂ ਬਾਅਦ ਖੁੰਝੇ ਪਾਸੇ ਕਰ ਦਿੱਤਾ ਜਾਂਦਾ ਹੈ। ਲੀਡਰਾਂ ਨੇ ਹੋ ਸਕਦਾ ਹੈ ਬਹੁਤਿਆਂ ਨੇ ਸਾਬਕਾ ਸ਼ਬਦ ਦੀ ਆਦਤ ਪਾ ਲਈ ਹੋਵੇ, ਪਰ ਇਹ ਦਰਦ ਇਹਨਾਂ ਲੋਕਾਂ ਦੇ ਵਾਸਤੇ, ਇਹ ਆਫਤ ਇਹਨਾਂ ਲੋਕਾਂ ਦੇ ਵਾਸਤੇ ਸਾਬਕਾ ਨਹੀਂ ਬਣ ਪਾਈ। ਪਿਛਲੇ 50-60 ਸਾਲਾਂ ਤੋਂ ਇਹਨਾਂ ਕੱਚੇ ਬੰਨਾਂ ਦੇ ਸਹਾਰੇ ਇਹ ਆਫਤ ਅੱਜ ਵੀ ਇਹਨਾਂ ਲੋਕਾਂ ਨੂੰ ਇੱਕ ਪੀੜ੍ਹੀ ਤੋਂ ਬਾਅਦ ਦੂਸਰੀ ਪੀੜ੍ਹੀ, ਤੀਸਰੀ ਪੀੜ੍ਹੀ ਨੂੰ ਹੁਣ ਤੰਗ ਪਰੇਸ਼ਾਨ ਕਰ ਰਹੀ ਹੈ। ਲੋਕ ਇਕੱਠੇ ਹੋਏ ਨੇ। ਹਰ ਵਾਰ ਅਜਿਹੀ ਆਫਤ ਦੀ ਸਥਿਤੀ ਵਿੱਚ, ਕਿਸੇ ਵੀ ਦੁੱਖ ਦੀ ਸਥਿਤੀ ਵਿੱਚ ਲੋਕ ਅਕਸਰ ਇਕੱਠੇ ਹੁੰਦੇ ਨੇ, ਭਾਈਚਾਰੇ ਅਕਸਰ ਇਕੱਠੇ ਹੁੰਦੇ ਨੇ, ਇੱਕ ਦੂਸਰੇ ਦਾ ਹੱਥ ਫੜਦੇ ਨੇ ਤੇ ਹੱਥ ਨੂੰ ਹੱਥ ਫੜ ਕੇ ਅਜਿਹੀ ਇੱਕ ਦੂਸਰੇ ਦੀ ਮਦਦ ਕਰਕੇ, ਸਹਾਇਤਾ ਕਰਕੇ, ਇੱਕ ਦੂਸਰੇ ਦੇ ਦਿਲ ਦੀ ਗੱਲ ਸੁਣ ਕੇ, ਦਿਲਾਸਾ ਦੇ ਕੇ ਅਜਿਹੀ ਵੱਡੀ ਆਫਤ ਦਾ ਸਾਹਮਣਾ ਕਰਨਾ ਇਹਨਾਂ ਲੋਕਾਂ ਨੇ ਵਿਰਸੇ ਤੋਂ ਸਿੱਖਿਆ ਹੈ। ਦੋ ਰਾਜਾਂ ਦੀ ਗੱਲ ਕਰੀਏ, ਹਾਲਾਂਕਿ ਪੰਜਾਬ ਤੇ ਹਰਿਆਣਾ ਦੇ ਵਿਚਕਾਰ ਭੂਗੋਲਿਕ ਤੌਰ ਤੇ ਕੋਈ ਬਹੁਤਾ ਜ਼ਿਆਦਾ ਵੱਡਾ ਫਰਕ ਨਹੀਂ ਹੈ। ਇਹ ਦੋਵੇਂ ਰਾਜ ਇਸ ਨਾਰਥ ਇੰਡੀਆ ਦੇ, ਉੱਤਰੀ ਭਾਰਤ ਦੇ ਮੁੱਖ ਖੇਤੀ ਆਧਾਰਿਤ ਸਵੈ ਨਿਰਭਰ ਰਾਜ ਨੇ। ਪੂਰੇ ਮੁਲਕ ਦਾ ਢਿੱਡ ਭਰਦੇ ਨੇ ਇਹ ਰਾਜ। ਤੇ ਇਸ ਦੇ ਜਿਹੜੇ ਆਮ ਮੁੱਦੇ ਹਨ, ਤੁਹਾਡੇ ਸਾਹਮਣੇ ਜੋ ਤਸਵੀਰਾਂ ਨੇ, ਉਹ ਇਸ ਮੁਲਕ ਤੋਂ, ਇਸ ਮੁਲਕ ਦੀ ਸਿਆਸਤ ਤੋਂ, ਇਸ ਇਲਾਕੇ ਦੇ ਨੁਮਾਇੰਦਿਆਂ ਤੋਂ ਹਾਲੇ ਤੱਕ ਇਹ ਸੋਲਵ ਕਿਉਂ ਨਹੀਂ ਹੋਏ, ਇਸ ਦਾ ਸੋਲੂਸ਼ਨ ਕਿਉਂ ਨਹੀਂ ਹੋਇਆ। ਅਜਿਹੇ ਜਿਹੜੇ ਪ੍ਰਮੁੱਖਤਾ ਵਾਲੇ ਮੁੱਦੇ ਹੁੰਦੇ ਨੇ, ਉਹਨਾਂ ਦਾ ਪ੍ਰਮੁੱਖਤਾ ਦੇ ਆਧਾਰ ਤੇ ਹਾਲੇ ਤੱਕ ਹੱਲ ਕਿਉਂ ਨਹੀਂ ਕੀਤਾ ਗਿਆ। ਕੀ ਪਾਰਲੀਮੈਂਟ ਦੇ ਵਿੱਚ ਜਾਂ ਫਿਰ ਸਟੇਟ ਅਸੈਂਬਲੀਜ਼ ਦੇ ਵਿੱਚ ਹਾਲੇ ਤੱਕ ਇਹ ਮੁੱਦਾ ਨਹੀਂ ਚੁੱਕਿਆ ਗਿਆ ਹੋਵੇਗਾ। ਜੇਕਰ ਚੁੱਕਿਆ ਗਿਆ ਕਿ ਉਸ ਤੇ ਬਹਿਸ ਨਹੀਂ ਹੋਈ ਹੋਵੇਗੀ, ਜੇ ਬਹਿਸ ਹੋਈ ਹੈ ਤਾਂ ਉਸ ਦੇ ਉੱਪਰ ਕੀ ਕਾਰਵਾਈ ਨਹੀਂ ਚੱਲੀ ਹੋਵੇਗੀ, ਤੇ ਉਸ ਤੋਂ ਬਾਅਦ ਨਤੀਜਿਆਂ ਤੱਕ ਜੇਕਰ ਪਹੁੰਚਦੇ ਹਾਂ ਤਾਂ ਗੱਲ ਆ ਕੇ ਕਿੱਥੇ ਰੁਕਦੀ ਆ, ਕੌਣ-ਕੌਣ ਜ਼ਿੰਮੇਵਾਰ ਨੇ। ਜੇਕਰ ਆਪਾਂ ਗੱਲ ਕਰੀਏ ਜ਼ਮੀਨੀ ਪੱਧਰ ਤੇ, ਜਿਨ੍ਹਾਂ ਨੇ ਇਹਨਾਂ ਟਾਲਾਂ ਨੂੰ, ਇਹਨਾਂ ਸੂਇਆਂ ਨੂੰ, ਇਹਨਾਂ ਕੱਸੀਆਂ ਨੂੰ, ਇਹਨਾਂ ਨਾਲਿਆਂ ਨੂੰ ਸਾਫ਼ ਕਰਨਾ ਹੁੰਦਾ, ਉਹਨਾਂ ਨੂੰ ਬਜਟ ਕਦੋਂ ਇਸ਼ੂ ਹੁੰਦਾ, ਉਹ ਬਜਟ ਇਹਨਾਂ ਦੇ ਕੋਲ ਕਦੋਂ ਪਹੁੰਚਦਾ ਤੇ ਕਿੰਨਾ ਕੁ ਇਹਨਾਂ ਕੋਲ ਵਕਤ ਹੁੰਦਾ ਤਿਆਰੀ ਦੇ ਵਾਸਤੇ। ਇਸ ਤੋਂ ਬਾਅਦ ਜਦੋਂ ਪਿੱਛੋਂ ਵਹਾਓ ਵੱਧਦਾ ਆ ਰਿਹਾ, ਉਹ ਵਹਾਓ ਕਿੱਥੇ ਰੋਕਿਆ ਜਾ ਸਕਦਾ ਸੀ, ਇਸ ਆਫਤ ਨੂੰ ਕਦੋਂ ਇੰਨਾ ਵੱਡਾ ਸੰਕਟ ਬਣਨ ਤੋਂ ਪਹਿਲਾਂ ਰੋਕਿਆ ਜਾ ਸਕਦਾ ਸੀ ਜਾਂ ਫਿਰ ਸਮੇਟਿਆ ਜਾ ਸਕਦਾ ਸੀ। ਜੇਕਰ ਇੰਨੀ ਵੱਡੀ ਆਫਤ ਹੈ, ਜੇਕਰ ਇੰਨੀ ਵੱਡੀ ਕਰੋਪੀ ਹੈ ਕੁਦਰਤ ਦੀ, ਪਾਣੀ ਦਾ ਬਹਾਓ ਹੈ, ਇਸ ਦੇ ਹੱਲ ਦੇ ਅੱਗੇ ਕੀ ਇਹ ਮੰਨਿਆ ਜਾਵੇ ਕਿ ਅੱਜ ਪ੍ਰਸ਼ਾਸਨ ਤੇ ਸਰਕਾਰਾਂ ਗੋਡੇ ਟੇਕ ਚੁੱਕੀਆਂ ਨੇ। ਅਜਿਹੇ ਬੰਨਾਂ ਦੇ ਉੱਪਰ ਚੱਲਣਾ ਆਪਣੇ ਆਪ ਵਿੱਚ ਬਹੁਤ ਵੱਡਾ ਖਤਰਾ ਹੁੰਦਾ ਹੈ। ਇਹ ਪਾਣੀ ਦਾ ਤੇਜ਼ ਬਹਾਓ ਜੋ ਕਿ ਦੋਏ ਪਾਸੇ ਹੈ, ਕਿਸੇ ਵੀ ਪਲ ਇਹਨਾਂ ਬੰਨਾਂ ਨੂੰ ਬਹਾ ਕੇ ਲਿਜਾ ਸਕਦਾ ਹੈ। ਜੇਕਰ ਮੀਡੀਆ ਕਰਮੀ ਵੀ ਇੱਥੇ ਆਉਂਦੇ ਹਨ, ਜੇਕਰ ਡਾਕਟਰੀ ਸਹਾਇਤਾ ਲਈ ਵੀ ਲੋਕ ਇੱਥੇ ਆਉਂਦੇ ਹਨ, ਜਾਂ ਫਿਰ ਕਿਸੇ ਤਰ੍ਹਾਂ ਦੀ ਮਦਦ ਵਾਸਤੇ ਇੱਥੇ ਆਉਂਦੇ ਹਨ, ਇੱਥੋਂ ਤੱਕ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜੋ ਵੀ ਉਹਨਾਂ ਦੇ ਪੁਲਿਸ ਅਧਿਕਾਰੀ ਇੱਥੇ ਹਿਫਾਜ਼ਤ ਦੇ ਵਾਸਤੇ ਬੈਠੇ ਹਨ, ਉਹ ਵੀ ਆਪਣੀ ਜਾਨ ਤਲੀ ਤੇ ਧਰ ਕੇ ਇੱਥੇ ਡਿਊਟੀ ਦੇ ਰਹੇ ਹਨ। ਇੰਨਾ ਵੱਡਾ ਖਤਰਾ ਕੀ ਆਪਣੇ ਆਪ ਵਿੱਚ ਸਿਰਫ ਬਰਸਾਤ ਕਰਕੇ ਬਣ ਗਿਆ? ਇੰਨਾ ਵੱਡਾ ਪਾਣੀ ਦਾ ਇਹ ਵਹਾਓ ਹੈ, ਜਿਹੜਾ ਤੇਜ਼ ਵਹਾਓ ਹੈ, ਇਸ ਦੇ ਬਾਰੇ ਪਹਿਲਾਂ ਹੀ ਕਿਉਂ ਅਗਾਊਂ ਤਿਆਰੀ ਨਹੀਂ ਕੀਤੀ ਗਈ? ਪ੍ਰਸ਼ਾਸਨਿਕ ਤੌਰ ਤੇ ਜਾਂ ਫਿਰ ਸਿਆਸੀ ਤੌਰ ਤੇ ਅਵੇਸਲਾਪਣ ਹੈ ਜਿਹੜਾ, ਉਸ ਤੱਕ ਜ਼ਰੂਰ ਪਹੁੰਚਣਾ ਜ਼ਰੂਰੀ ਹੈ। ਮੀਡੀਆ ਨੇ ਕਿੰਨੇ ਕੁ ਸਵਾਲ ਇਸ ਤੋਂ ਪਹਿਲਾਂ ਕੀਤੇ, ਅੱਜ ਮੀਡੀਆ ਕਿਸ ਤਰ੍ਹਾਂ ਦੇ ਸਵਾਲ ਕਰ ਰਿਹਾ, ਖਾਸ ਤੌਰ ਤੇ ਉਹਨਾਂ ਲੋਕਾਂ ਤੋਂ ਜੋ ਕਿ ਫੋਟੋਆਂ ਖਿਚਵਾਉਣ ਆਉਂਦੇ ਨੇ। ਕੀ ਅਜਿਹੇ ਲੋਕ ਵੀ ਇਹਨਾਂ ਇਲਾਕਿਆਂ ਵਿੱਚ ਆਉਂਦੇ ਨੇ ਜਾਂ ਆਉਣਗੇ ਜੋ ਕਿ ਆਪਣੇ ਨਾਲ 4-4 5-5 ਸਪੈਸ਼ਲ ਕੈਮਰਾਮੈਨ ਲੈ ਕੇ ਚੱਲਦੇ ਨੇ? ਉਹ ਕੈਮਰਾ ਵਾਲੇ, ਉਹ ਮੋਬਾਈਲਾਂ ਵਾਲੇ, ਉਹਨਾਂ ਦੇ ਸਿਕਿਉਰਿਟੀ ਗਾਰਡ ਵੀ ਹੋ ਸਕਦੇ ਆ ਤੇ ਉਹਨਾਂ ਦੀ ਟੀਮ ਦੇ ਹੋਰ ਮੈਂਬਰ ਵੀ ਹੋ ਸਕਦੇ ਆ। ਕਿੰਨੀਆਂ ਕੁ ਫੋਟੋ ਖਿੱਚੀਆਂ ਜਾਂਦੀਆਂ ਹਨ, ਉਹਨਾਂ ਵਿੱਚੋਂ ਕਿੰਨੀਆਂ ਕੁ ਵੀਡੀਓ ਐਡਿਟ ਕਰਕੇ ਉਹਨਾਂ ਦੇ ਹੀ ਪੇਜਾਂ ਤੇ ਪਾਈਆਂ ਜਾਂਦੀਆਂ ਨੇ ਕਿ ਅਸੀਂ ਇੰਨੀ ਸਹਾਇਤਾ ਕੀਤੀ, ਅਸੀਂ ਆਹ ਸਹਾਇਤਾ ਕੀਤੀ, ਇਸ ਦਾ
ਹੱਥ ਫੜਿਆ ਕੀ ਇੱਕ ਫੋਟੋ ਸੈਸ਼ਨ ਬਣਦਾ ਜਾ ਰਿਹਾ ਰੈਸਕਿਊ ਆਪਰੇਸ਼ਨ ਹੈ ਜਿਹੜਾ ਕਿਸ ਵਾਸਤੇ ਕਿਸ ਪਾਰਟੀ ਨੂੰ ਉਹ ਲੋਕ ਬਿਲੋਂਗ ਕਰਦੇ ਆ। ਫਿਰ ਗੱਲ ਕਰੀਏ ਇੱਥੋਂ ਦੇ ਸਥਾਨਕ ਨੁਮਾਇੰਦਿਆਂ ਦੀ। ਇੱਥੋਂ ਦੇ ਸਥਾਨਕ ਨੁਮਾਇੰਦੇ ਹੈਗੇ ਆ ਜਿਹੜੇ ਲੋਕਾਂ ਨੂੰ ਗਾਈਡ ਕਰਦੇ ਨੇ ਕਿ ਵੋਟਾਂ ਦੇ ਵੇਲੇ ਕਿਸ ਪਾਰਟੀ ਨੂੰ ਵੋਟ ਪਾਉਣੀ ਆ, ਕਿਉਂਕਿ ਕੁਝ ਲੋਕ ਪਿੰਡਾਂ ਦੇ ਵਿੱਚ ਧੜੇਬਾਜ਼ੀਆਂ 'ਚ ਵੰਡੇ ਹੁੰਦੇ ਨੇ ਤੇ ਕੁਝ ਲੋਕ ਨੁਮਾਇੰਦਗੀ ਉਹਨਾਂ ਪਿੰਡਾਂ ਦੀ ਕਰਦੇ ਨੇ ਤੇ ਉਹੀ ਅੱਗੇ ਚੱਲ ਕੇ ਸਿਆਸੀ ਪਾਰਟੀਆਂ ਦੇ ਨਾਲ ਪਿੰਡਾਂ ਦੇ ਇਹਨਾਂ ਇਕੱਠਾਂ ਨੂੰ ਜੋੜਦੇ ਨੇ। ਜੇਕਰ ਉਹ ਘੜੰਬ ਚੌਧਰੀ ਜੋ ਪਿੰਡਾਂ ਵਾਲੇ ਨੇ ਜੋ ਵੋਟਾਂ ਵੇਲੇ ਬਹੁਤ ਵੱਡਾ ਰੋਲ ਅਦਾ ਕਰਦੇ ਨੇ, ਜਿਨ੍ਹਾਂ ਨੂੰ ਬਹੁਤ ਵੱਡੀ ਪਾਰਟੀਆਂ ਵੱਲੋਂ ਮਾਨਤਾ ਵੀ ਮਿਲਦੀ ਹੈ, ਪਰ ਇਹਨਾਂ ਖਾਮੀਆਂ ਨੂੰ ਉਹ ਲੋਕ ਕਿਉਂ ਨਹੀਂ ਪਹੁੰਚਾ ਸਕੇ, ਕਿਉਂ ਨਹੀਂ ਹੱਲ ਕਰਵਾ ਸਕੇ? ਕਿ ਉਹ ਪਿੰਡਾਂ ਵਾਲੇ ਛੋਟੇ ਘੜੰਬ ਚੌਧਰੀ ਜਾਂ ਨੁਮਾਇੰਦੇ ਨੇ ਜੋ ਇਸ ਵੇਲੇ ਕੀ ਉਹਨਾਂ ਦੀਆਂ ਜ਼ਮੀਨਾਂ, ਕੀ ਉਹਨਾਂ ਦੇ ਘਰ, ਕੀ ਉਹਨਾਂ ਦੇ ਬੱਚੇ ਇਸ ਪਾਣੀ ਦੇ ਬਹਾਵ ਵਿੱਚ ਨਹੀਂ ਘਿਰੇ ਹੋਏ? ਜੇਕਰ ਹੱਲ ਦੀ ਗੱਲ ਕਰੀਏ, ਹੱਲ ਕਿਸ ਨੇ ਕਰਨਾ ਹੈ? ਇੱਕ ਦੂਸਰੇ ਦੇ ਹੱਥ ਫੜ ਕੇ, ਇੱਕ ਦੂਸਰੇ ਦੀ ਬਾਂਹ ਫੜ ਕੇ ਰਾਹਤ ਕਾਰਜ ਦਾ ਕੀਤੇ ਜਾ ਸਕਦੇ ਨੇ, ਅਲਰਟ ਵੀ ਕੀਤਾ ਜਾ ਸਕਦਾ ਹੈ, ਕੁਝ ਹੱਦ ਤੱਕ ਪਹਿਰੇ ਦੇ ਕੇ ਇਸ ਪਾਣੀ ਦੇ ਬਹਾਵ ਤੋਂ ਲੋਕਾਂ ਨੂੰ ਸੁਚੇਤ ਰੱਖਿਆ ਜਾ ਸਕਦਾ ਹੈ। ਪਰ ਇੰਨੀ ਵੱਡੀ ਸਮੱਸਿਆ ਪਰ ਇੰਨਾ ਵੱਡਾ ਖਤਰਾ, ਇੰਨੀ ਵੱਡੀ ਸਮੱਸਿਆ ਕਿੱਥੋਂ ਚੱਲ ਕੇ ਆਈ ਹੈ? ਕਿੱਥੇ ਇਸ ਨੂੰ ਰੋਕਿਆ ਜਾ ਸਕਦਾ ਸੀ? ਕਿੱਥੇ ਉਸ ਪਾਣੀ ਨੂੰ ਡਿਵਾਈਡ ਕੀਤਾ ਜਾ ਸਕਦਾ ਸੀ? ਕਦੋਂ ਕਿਸ ਨੇ ਹੱਥ ਖੜੇ ਕੀਤੇ? ਹੁਣ ਜਿਨ੍ਹਾਂ ਨੇ ਹੱਥ ਖੜੇ ਕੀਤੇ ਆ, ਕੀ ਉਹ ਜ਼ਿੰਮੇਵਾਰੀ ਤੋਂ ਮੁੱਕਰ ਗਏ ਨੇ, ਮੁਨਕਰ ਹੋ ਗਏ ਨੇ, ਜਾਂ ਫਿਰ ਉਹਨਾਂ ਦੀ ਹਾਲੇ ਤੱਕ ਜਵਾਬਦੇਹੀ ਹੈ? ਜਵਾਬਦੇਹੀ ਤੈਅ ਕਰਨੀ ਬਹੁਤ ਜ਼ਰੂਰੀ ਬਣਦੀ ਹੈ, ਕਿਉਂਕਿ ਇੰਨਾ ਵੱਡਾ ਖਤਰਾ ਆਲੇ ਦੁਆਲੇ ਪਿੰਡਾਂ ਵਿੱਚ ਫੈਲਦਾ ਜਾ ਰਿਹਾ। ਦਿਨ ਦਾ ਸਮਾਂ ਤੇ ਰਾਤ ਤੱਕ ਇਹ ਪਾਣੀ ਕਿੰਨਾ ਘਰਾਂ ਤੱਕ ਚੜ੍ਹ ਆਏਗਾ, ਕਿਸ ਨੂੰ ਇਸ ਬਾਰੇ ਕੋਈ ਗਿਆਨ ਨਹੀਂ। ਇਸ ਤੋਂ ਇਲਾਵਾ ਜਿਹੜੇ ਲੋਕ ਡੇਲੀ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਨੇ, ਜਿਨ੍ਹਾਂ ਦਾ ਗੁਜ਼ਾਰਾ ਇਹ ਹੁੰਦਾ ਕਿ ਸਵੇਰੇ ਦਿਹਾੜੀ ਕਰਨ ਦੇ ਵਾਸਤੇ, ਉਹ ਮਜ਼ਦੂਰੀ ਕਰਨ ਦੇ ਵਾਸਤੇ ਘਰੋਂ ਆਪਣਾ ਸਾਈਕਲ ਲੈ ਕੇ ਨਿਕਲੇ ਨੇ ਤੇ ਸਾਰਾ ਦਿਨ ਉਹਨਾਂ ਨੂੰ ਦਿਹਾੜੀ ਮਿਲਣੀ ਹੈ ਜਾਂ ਨਹੀਂ, ਤੇ ਜਦੋਂ ਮਿਲਦੀ ਹੈ ਉਸ ਤੋਂ ਬਾਅਦ ਜੋ ਵੀ ਉਹਨਾਂ ਨੂੰ ਮਿਹਨਤਾਨਾ ਮਿਲਦਾ ਉਸ ਤੋਂ ਬਾਅਦ ਉਹ ਘਰ ਦੇ ਲਈ ਰਾਸ਼ਨ ਪਾਣੀ ਲੈ ਕੇ ਆਉਂਦੇ ਨੇ। ਅਜਿਹੇ ਲੋਕ ਪਾਣੀ ਦੇ ਵਿੱਚ ਘਿਰੇ ਹੋਏ ਨੇ। ਹਰ ਪਿੰਡ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਮਜ਼ਦੂਰ ਹੁੰਦੇ ਨੇ ਜੋ ਕਿ ਡੇਲੀ ਬੇਸਿਸ 'ਤੇ ਕੰਮ ਕਰਦੇ ਨੇ, ਪਰ ਉਹਨਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ। ਉਹਨਾਂ ਪਰਿਵਾਰਾਂ ਦੀ ਸਹਾਰ ਕੌਣ ਲਵੇਗਾ? ਜਾਂ ਫਿਰ ਉਹਨਾਂ ਪਰਿਵਾਰਾਂ ਦੇ ਲਈ ਉਹਨਾਂ ਦਾ ਜੋ ਨੁਕਸਾਨ ਹੋਇਆ, ਘਰ ਦਾ, ਛੱਤਾਂ ਦਾ ਨੁਕਸਾਨ ਹੋਇਆ, ਉਸ ਦੇ ਡੈਮੇਜ ਨੂੰ ਕੰਟਰੋਲ ਕਰਨ ਦੇ ਲਈ ਮੁਆਵਜ਼ੇ ਦੀ ਕੀ ਕੋਈ ਅਨਾਉਂਸਮੈਂਟ ਹੋਈ ਹੈ? ਕਦੋਂ ਤੱਕ ਪਹੁੰਚੇਗਾ? ਪਰ ਜਿਹੜੇ ਭੁੱਖੇ ਪੇਟ ਨੇ ਉਹਨਾਂ ਨੂੰ ਇਹਨਾਂ 8-10 ਘੰਟਿਆਂ ਵਿੱਚ ਖਾਣ ਲਈ, ਪੀਣ ਲਈ, ਇਹਨਾਂ ਵਸਤਾਂ ਦੀ ਜਿਹੜੀਆਂ ਨਿੱਜੀ ਜ਼ਰੂਰਤਾਂ ਨੇ ਜਾਂ ਫਿਰ ਬੇਸਿਕ ਨੀਡ ਨੇ, ਉਹਦੀ ਜ਼ਰੂਰਤ ਹੁੰਦੀ ਹੈ। ਫਿਰ ਅੱਗੇ ਚੱਲ ਕੇ ਆਪਾਂ ਗੱਲ ਕਰਦੇ ਹਾਂ ਜਿਹੜੀਆਂ ਸਵੈ ਸੇਵੀ ਸੰਸਥਾਵਾਂ ਨੇ, ਵੱਖ-ਵੱਖ ਸੰਸਥਾਵਾਂ ਵੱਖ-ਵੱਖ ਸ਼ਹਿਰਾਂ ਤੋਂ ਚੱਲਦੀਆਂ ਨੇ, ਇਹਨਾਂ ਲੋਕਾਂ ਤੱਕ ਸਹਾਇਤਾ, ਰਾਹਤ ਸਮੱਗਰੀ ਪਹੁੰਚਾਉਂਦੀਆਂ ਨੇ। ਉਹਨਾਂ ਦਾ ਰੋਲ ਕਾਫੀ ਵੱਡਾ ਹੋ ਜਾਂਦਾ ਹੈ। ਉਹਨਾਂ ਦੇ ਕਿਰਦਾਰ ਨੂੰ ਜਿੰਨਾ ਸਲਾਮ ਕੀਤਾ ਜਾਵੇ ਉਹਨਾਂ ਥੋੜ੍ਹਾ ਬਣਦਾ ਹੈ, ਕਿਉਂਕਿ ਅਜਿਹੀ ਹਾਲਤ ਵਿੱਚ ਜਦੋਂ ਚਾਰੇ ਪਾਸੇ ਤੋਂ ਲੋਕ ਘਿਰੇ ਹੋਏ ਹੋਣ, ਜਦੋਂ ਜਿਨ੍ਹਾਂ ਤੇ ਉਮੀਦ ਸੀ ਉਹਨਾਂ ਨੇ ਵੀ ਪੱਲਾ ਝਾੜ ਦਿੱਤਾ ਹੋਵੇ, ਹੱਥ ਚੱਕ ਲਏ ਹੋਣ, ਤਾਂ ਉਸ ਵੇਲੇ ਜਿਹੜਾ ਵੀ ਹੱਥ ਮਦਦ ਲਈ ਆਉਂਦਾ ਹੈ ਉਹ ਰੱਬ ਆਪ ਅਪੜਿਆ, ਆਪ ਬੌੜਿਆ ਜਾਪਦਾ ਹੈ। ਸੋ ਇਸ ਕਰਕੇ ਇਹ ਵੀ ਆਖ ਸਕਦੇ ਹਾਂ ਕਿ ਅਜਿਹੀ ਆਫਤ ਦੇ ਵਿੱਚ ਸਾਡੇ ਲੋਕ ਖਾਸ ਤੌਰ 'ਤੇ 2 ਸਟੇਟਾਂ ਦਾ ਜਿਹੜਾ ਇਹ ਮਸਲਾ ਹੈ, ਇੱਕ ਪਾਸੇ ਹਰਿਆਣਾ, ਦੂਸਰੇ ਪਾਸੇ ਆਪਣਾ ਪੰਜਾਬ ਹੈ। ਜਿਹੜਾ ਪੰਜਾਬ ਦੇ 23 ਜ਼ਿਲ੍ਹੇ ਨੇ, 23 ਜ਼ਿਲ੍ਹਿਆਂ ਦੇ ਵਿੱਚੋਂ 13 ਜ਼ਿਲ੍ਹੇ ਨੇ ਜਿਹੜੇ ਲਗਭਗ ਅੱਧਾ ਪੰਜਾਬ ਹੈ ਉਹ ਅਜਿਹੀ ਕੰਡੀਸ਼ਨ ਵਿੱਚ ਹੈ, ਜੋ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਵੱਖ-ਵੱਖ ਜ਼ਿਲ੍ਹਿਆਂ ਤੋਂ ਕਿਤੇ ਬੰਨ੍ਹ ਟੁੱਟਿਆ ਹੈ ਤੇ ਕਿਤੇ ਬੰਨ੍ਹ ਨੂੰ ਬਣਾ ਦਿੱਤਾ ਗਿਆ, ਪਰ ਮਸਲੇ ਦਾ ਹੱਲ ਹਾਲੇ ਤੱਕ ਨਹੀਂ ਹੋਇਆ। 5 ਆਬ ਦੀ ਧਰਤੀ ਆ, ਪਰ ਉਹ 5 ਆਬ, 5 ਦਰਿਆਵਾਂ ਤੋਂ ਬਿਨਾਂ ਕਈ ਛੋਟੀਆਂ ਨਹਿਰਾਂ ਵੀ ਨੇ, ਕਈ ਛੋਟੇ ਨਾਲੇ ਵੀ ਨੇ, ਕੱਸੀਆਂ ਸੂਏ ਵੀ ਨੇ, ਪਰ ਇੰਨਾ ਵੱਡਾ ਮਸਲਾ ਹੈ ਜਿਹੜਾ ਉਹ ਹਾਲੇ ਜਿਹੜਾ ਮੂੰਹ ਅੱਡੀ ਖੜਾ ਹੈ। ਇਸ ਦਾ ਸੋਲੂਸ਼ਨ ਫਿਲਹਾਲ ਸਾਹਮਣੇ ਨਜ਼ਰ ਨਹੀਂ ਆ ਰਿਹਾ, ਪਰ ਜੇਕਰ ਗੱਲ ਕਰੀਏ ਇਹ ਕੋਈ 5-10 ਦਿਨਾਂ ਦੀ ਕਹਾਣੀ ਨਹੀਂ ਹੈ, ਪਿਛਲੇ 50 ਸਾਲਾਂ ਤੋਂ ਅਜਿਹਾ ਹੀ ਵਾਪਰਦਾ ਆਇਆ ਹੈ। ਇਸ ਵਾਰ ਇਹ ਆਖ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਓਨਾ ਮੀਂਹ ਤਾਂ ਨਹੀਂ ਪਿਆ, ਪਰ ਫਿਰ ਵੀ ਪਿੱਛੋਂ ਪਹਾੜਾਂ ਤੋਂ ਪਾਣੀ ਉਤਰਿਆ ਤੇ ਇਹ ਪਾਣੀ ਹਾਲੇ ਘੱਟੋ ਘੱਟ 4-5 ਮਹੀਨੇ ਤੱਕ ਇਹਨਾਂ ਕਿਸਾਨਾਂ ਨੂੰ, ਇਹਨਾਂ ਦੀਆਂ ਫਸਲਾਂ ਨੂੰ ਇਸੇ ਤਰ੍ਹਾਂ ਪਿੰਚ ਕਰਦਾ ਰਹੇਗਾ। ਕਦੋਂ ਤੱਕ ਰਾਹਤ ਸਮੱਗਰੀ ਪਹੁੰਚਦੀ ਰਹੇਗੀ, ਜਾਂ ਫਿਰ ਕਦੋਂ ਤੱਕ ਫੋਟੋਆਂ ਖਿਚਵਾਉਣ ਵਾਲੇ ਜੋ ਆਪਣੇ ਬਾਡੀਗਾਰਡਸ ਨੂੰ, ਸਿਕਿਉਰਿਟੀ ਗਾਰਡਸ ਨੂੰ ਵੱਖ-ਵੱਖ ਕੈਮਰੇ ਦੇ ਕੇ, ਐਡੀਟਿੰਗ ਵਾਲਿਆਂ ਨੂੰ ਅਲੱਗ ਟੀਮ ਨੂੰ ਤਾਇਨਾਤ ਕਰਕੇ ਚੱਲੇ ਹੁੰਦੇ ਨੇ, ਉਹ ਕਦੋਂ ਤੱਕ ਆਉਂਦੇ ਰਹਿਣਗੇ? ਕੀ ਇਸ ਸਮੱਸਿਆ ਦਾ ਕੋਈ ਹੱਲ ਹੋ ਪਾਊਗਾ? ਕੀ ਇੱਥੋਂ ਦੇ ਲੋਕ ਆਪਣੇ ਪੱਧਰ ਤੇ ਹੀ ਇਸੇ ਤਰ੍ਹਾਂ ਇਸ ਤੋਂ ਬਚਦੇ ਨਜ਼ਰ ਆਉਣਗੇ ਜਾਂ ਫਿਰ ਇਸ ਨੂੰ ਟਾਲਦੇ ਨਜ਼ਰ ਆਉਣਗੇ? ਕਦ ਤੱਕ ਆਪਣੇ ਘਰਾਂ ਦੇ ਅੱਗੇ ਵੱਡੇ ਬੰਨ ਬਣਾ ਕੇ ਅਸੀਂ ਆਪਣੇ ਘਰਾਂ ਨੂੰ ਬਚਾ ਲਵਾਂਗੇ? ਇਸ ਇਲਾਕੇ ਦੀ ਸਾਰ ਹੈ ਜਿਹੜੀ, ਇਸ ਇਲਾਕੇ ਦੀ ਆਵਾਜ਼ ਹੈ, ਇਸ ਇਲਾਕੇ ਦੀ ਪੁਕਾਰ ਹੈ, ਉਹ ਉੱਪਰ ਤੱਕ ਕਿਉਂ ਨਹੀਂ ਪਹੁੰਚੀ? ਦਿੱਲੀ ਤੱਕ ਕਿਉਂ ਨਹੀਂ ਪਹੁੰਚੀ? ਜੇਕਰ ਪਹੁੰਚੀ ਹੈ ਤਾਂ ਦਿੱਲੀ ਨੇ ਕੀ ਜਵਾਬ ਦਿੱਤਾ? ਇਸ ਉੱਪਰ ਅੱਜ ਵਿਚਾਰ ਕਰਨਾ ਜ਼ਰੂਰੀ ਹੈ, ਕਿਉਂਕਿ 24 ਨੇੜੇ ਹੈ ਜੀ। ਇਸੇ ਇਲਾਕੇ ਵਿੱਚ
ਇਹਨਾਂ ਗਲੀਆਂ ਵਿੱਚ ਇਹਨਾਂ ਖੇਤਾਂ ਵਿੱਚ 6 ਮਹੀਨੇ ਬਾਅਦ 4 ਮਹੀਨੇ ਬਾਅਦ ਉਹਨਾਂ ਹੀ ਲੀਡਰਾਂ ਨੇ, ਉਹਨਾਂ ਹੀ ਪਾਰਟੀਆਂ ਨੇ, ਉਹਨਾਂ ਹੀ ਨੁਮਾਇੰਦਿਆਂ ਨੇ ਤੇ ਉਹਨਾਂ ਦੇ ਨਾਲ ਜੋ ਪਿੰਡਾਂ ਵਿੱਚ ਉਹ ਘੜਮ ਚੌਧਰੀ ਲੋਕ ਹੁੰਦੇ ਨੇ, ਇੱਥੇ ਹੀ ਝੰਡੀਆਂ ਲੈ ਕੇ, ਇੱਥੇ ਹੀ ਗੱਡੀਆਂ ਲੈ ਕੇ, ਇੱਥੇ ਹੀ ਕਾਫਲੇ ਲੈ ਕੇ ਚੱਲਣਾ ਹੈ। ਪਰ ਉਦੋਂ ਤੱਕ ਕੀ ਅਸੀਂ ਆਪਣੇ ਇਹ ਸਵਾਲ ਭੁੱਲ ਚੁੱਕੇ ਹੋਵਾਂਗੇ? ਕੀ ਅਸੀਂ ਉਹਨਾਂ ਦੀਆਂ ਝੰਡੀਆਂ, ਉਹਨਾਂ ਦੇ ਝੰਡੇ ਚੁੱਕਾਂਗੇ? ਕੀ ਉਹਨਾਂ ਦੇ ਦਿੱਤੇ ਹੋਏ ਭਾਸ਼ਣ ਇਹਨਾਂ ਲੋਕਾਂ ਦੇ ਇਸ ਦਰਦ ਨੂੰ ਘੱਟ ਕਰ ਪਾਉਣਗੇ? ਸੋਚਣ ਵਾਲੀ ਗੱਲ ਹੈ। ਮਸਲਾ ਬਹੁਤੀ ਵਾਰ ਸਾਡੇ ਹੱਥ ਵਿੱਚ ਹੁੰਦਾ, ਚਾਬੀ ਸਾਡੇ ਹੱਥ ਵਿੱਚ ਹੁੰਦੀ ਆ, ਪਰ ਅਸੀਂ ਉਸ ਚਾਬੀ ਨੂੰ ਘੁਮਾਉਂਦੇ ਨਹੀਂ। ਹੁਣ ਘੁਮਾਉਣ ਦਾ ਵੇਲਾ ਹੈ। ਅੱਜ ਤੋਂ ਲੈ ਕੇ ਇਲੈਕਸ਼ਨ ਤੱਕ ਉਹ ਚਾਬੀ ਜਿੰਨੀ ਘੁਮਾਈ ਜਾਵੇਗੀ, ਓਨਾ ਹੀ ਵਿਕਾਸ ਦਾ, ਤੁਹਾਡੇ ਇਸ ਇਲਾਕੇ ਦਾ ਜਿਹੜਾ ਇੰਜਣ ਹੈ ਉਹ ਸਟਾਰਟ ਹੋਵੇਗਾ ਤੇ ਰਫ਼ਤਾਰ ਫੜੇਗਾ।